ਸਤਿ ਸ਼੍ਰੀ ਅਕਾਲ ਜੀ ਸਭ ਨੂੰ ਵੈਲਕਮ ਸਵਾਗਤ ਹੈ ਜੀ ਤੁਹਾਡਾ ਸਭ ਦਾ ਤੇ ਉਹਨਾਂ ਸਭ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਕੀਤਾ ਹੋਇਆ ਜੀ ਸਬਸਕ੍ਰਾਈਬ ਰੋਜ਼ ਵੀਡੀਓ ਨੂੰ ਸੁਣਦੇ ਨੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਡੇਲੀ ਖਬਰਾਂ ਸੁਣਨ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਵੋ। ਸ਼ੁਰੂ ਕਰਦੇ ਹਾਂ ਜੀ ਨਿਊਜ਼। ਤਾਂ ਸਭ ਤੋਂ ਪਹਿਲੀ ਨਿਊਜ਼ ਜਿਹੜੀ ਲੜਾਈ ਵਾਲੀ ਸਿਚੁਏਸ਼ਨ ਚੱਲਦੀ ਪਈ ਹੈ ਜੀ ਯੂਕਰੇਨ ਤੇ ਰਸ਼ੀਆ ਦੇ ਵਿੱਚ ਉਹਦੇ ਦਰਮਿਆਨ ਕਾਫੀ ਜਿਹੜਾ ਨੁਕਸਾਨ ਹੈ ਜੀ ਹੋ ਰਿਹਾ ਹੈ ਯੂਕਰੇਨ ਦੇ ਵਿੱਚ। ਪਰ ਬਹੁਤ ਸਾਰੀਆਂ ਕੰਟਰੀਜ਼ ਦੇ ਵੱਲੋਂ ਯੂਕਰੇਨ ਦੀ ਜਿਹੜੀ ਮਦਦ ਹੈ ਜੀ ਕੀਤੀ ਜਾ ਰਹੀ ਹੈ ਹਥਿਆਰਾਂ ਦੇ ਨਾਲ, ਫਾਈਨੈਂਸ਼ੀਅਲ ਪੈਸਾ ਵੀ ਭੇਜਿਆ ਜਾ ਰਿਹਾ ਹੈ। ਪਰ ਹੁਣ ਰਸ਼ੀਆ ਦੇ ਵੱਲੋਂ ਮੁੜ ਚੇਤਾਵਨੀ ਦੇ ਦਿੱਤੀ ਗਈ ਹੈ ਜੀ ਖਾਸ ਕਰ ਅਮਰੀਕਾ ਨੂੰ ਕਿ ਜਿਸ ਤਰ੍ਹਾਂ ਅਮਰੀਕਾ ਦੇ ਵੱਲੋਂ ਹਥਿਆਰਾਂ ਦੀ ਹੋਰ ਸਪਲਾਈ ਦੇ ਬਾਰੇ ਗੱਲ ਕੀਤੀ ਗਈ ਹੈ ਜੀ। ਅਮਰੀਕਾ ਦੇ ਵੱਲੋਂ ਹੋਰ ਹਥਿਆਰਾਂ ਦੀ ਸਪਲਾਈ ਕੀਤੀ ਜਾਏਗੀ, ਫਾਈਨੈਂਸ਼ੀਅਲੀ ਹੈਲਪ ਕੀਤੀ ਜਾਏਗੀ ਯੂਕਰੇਨ ਦੀ, ਜਿਸ ਦੇ ਕਰਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਜੀ ਪੁਤਿਨ, ਉਹਨਾਂ ਦੇ ਵੱਲੋਂ ਮੁੜ ਇੱਕ ਧਮਕੀ ਦੇ ਦਿੱਤੀ ਗਈ ਹੈ ਜੀ ਅਮਰੀਕਾ ਦੇ ਵਾਸਤੇ। ਤੇ ਨਾਲ ਹੀ ਜਿੰਨੀਆਂ ਵੀ ਕੰਟਰੀਜ਼ ਨਾਟੋ ਦੇ ਵਿੱਚ ਸ਼ਾਮਿਲ ਨੇ ਕਿ ਅਗਰ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਹੈਲਪ ਹੈ ਜੀ ਯੂਕਰੇਨ ਦੇ ਜਿਹੜੀ ਕੀਤੀ ਜਾ ਰਹੀ ਹੈ ਹਥਿਆਰਾਂ ਦੇ ਨਾਲ ਜਾਂ ਹੋਰ ਫਾਈਨੈਂਸ਼ੀਅਲ ਹੈਲਪ ਕੀਤੀ ਜਾ ਰਹੀ ਹੈ ਉਹਨੂੰ ਰੋਕਿਆ ਨਾ ਗਿਆ ਤਾਂ ਜਿਹੜਾ ਖਤਰਾ ਹੈ ਜੀ ਉਹ ਇਹਨਾਂ ਨਾਟੋ ਵਿੱਚ ਜਿੰਨੀਆਂ ਵੀ ਕੰਟਰੀਜ਼ ਸ਼ਾਮਿਲ ਨੇ ਜੀ ਉਹਨਾਂ ਦੇ ਵਾਸਤੇ ਵੀ ਉਹਨਾਂ ਨੇ ਇੱਕ ਚੇਤਾਵਨੀ ਦੇ ਦਿੱਤੀ ਹੈ ਕਿ ਅਗਰ ਇਹ ਹੈਲਪ ਕਰਨੀ ਬੰਦ ਨਹੀਂ ਕਰਨਗੇ ਤਾਂ ਇਹਨਾਂ ਦੇ ਮਾੜੇ ਨਤੀਜੇ ਜਿਹੜੇ ਆ ਜੀ ਉਹ ਇਹਨਾਂ ਕੰਟਰੀਜ਼ ਨੂੰ ਜਿਹੜੀਆਂ ਨਾਟੋ ਗਰੁੱਪ ਦੇ ਵਿੱਚ ਸ਼ਾਮਿਲ ਨੇ, ਅਮਰੀਕਾ ਨੂੰ, ਸਭ ਨੂੰ ਉਹਨਾਂ ਨੇ ਦੱਸਿਆ ਹੈ ਕਿ ਅੱਗੇ ਜਾ ਕੇ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਦੁਬਾਰਾ ਜਿਹੜੀ ਹੈ ਜੀ ਧਮਕੀ, ਇੱਕ ਤਰ੍ਹਾਂ ਦੀ ਵਾਰਨਿੰਗ ਜਿਹੜੀ ਹੈ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਇਹਨਾਂ ਸਭ ਕੰਟਰੀਜ਼ ਦੇ ਵਾਸਤੇ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਟਾਈਮ ਟੂ ਟਾਈਮ ਇਹ ਜਿਹੜੀਆਂ ਕੰਟਰੀਜ਼ ਨੇ ਜੀ ਇਨਡਾਇਰੈਕਟਲੀ ਹੈਲਪ ਕਰ ਰਹੀਆਂ ਨੇ ਯੂਕਰੇਨ ਦੇ ਵਿੱਚ, ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ, ਪੈਸਾ ਭੇਜਿਆ ਜਾ ਰਿਹਾ ਹੈ, ਜਿਸ ਦੇ ਕਰਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਇੱਕ ਵਾਰੀ ਫਿਰ ਜਿਹੜੀ ਵਾਰਨਿੰਗ ਤੇ ਧਮਕੀ ਜਿਹੜੀ ਹੈ ਜੀ ਇਹਨਾਂ ਨਾਟੋ ਵਿੱਚ ਜਿੰਨੀਆਂ ਵੀ ਕੰਟਰੀਜ਼ ਯੂਰਪ ਦੀਆਂ ਸ਼ਾਮਿਲ ਨੇ ਜਾਂ ਅਮਰੀਕਾ, ਉਹਨਾਂ ਸਭ ਦੇ ਵਾਸਤੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਜਿਹੜੇ ਹਮਲੇ ਜਿਹੜੇ ਇਹਨਾਂ ਨੂੰ ਨਤੀਜੇ ਆ ਜੀ ਮਾੜੇ ਅੱਗੇ ਦੇਖਣ ਨੂੰ ਮਿਲ ਸਕਦੇ ਨੇ। ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਉਹ ਆ ਰਹੀ ਹੈ ਜੀ ਇਟਲੀ ਦੇ ਪਾਵੀਆ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਇੱਕ 41 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਸੈਨੇਗਲ ਨੂੰ ਬਿਲੋਂਗ ਕਰਦਾ ਹੈ ਜੀ। ਇਸ ਵਿਅਕਤੀ ਦੇ ਵੱਲੋਂ ਟ੍ਰੇਨ ਦੇ ਵਿੱਚ ਇੱਕਦਮ ਪਿਸਤੌਲ ਕੱਢ ਕੇ ਲੋਕਾਂ ਨੂੰ ਡਰਾਇਆ ਗਿਆ ਹੈ ਤੇ ਇਹਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਇਰ ਵੀ ਕੀਤਾ ਹੈ ਜੀ ਹਵਾ ਦੇ ਵਿੱਚ, ਜਿਸ ਦੇ ਕਰਕੇ ਜਿਹੜੇ ਉੱਥੇ ਅਧਿਕਾਰੀ ਮੌਜੂਦ ਸੀਗੇ ਜੀ ਉਸ ਤੋਂ ਬਾਅਦ ਇਸ ਵਿਅਕਤੀ ਨੂੰ ਇੱਕਦਮ ਕਾਬੂ ਕੀਤਾ ਗਿਆ ਹੈ ਜਿਹਨੇ ਕਿ ਡਰਾਇਆ ਧਮਕਾਇਆ ਜੀ ਲੋਕਾਂ ਨੂੰ ਜਿਹੜੇ ਟ੍ਰੇਨ ਦੇ ਵਿੱਚ ਮੌਜੂਦ ਸੀਗੇ ਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੀ ਉਮਰ 41 ਸਾਲ ਤੇ ਸੈਨੇਗਲ ਨੂੰ ਬਿਲੋਂਗ ਕਰਦਾ ਸੀਗਾ ਜੀ। ਪਾਵੀਆ ਦੇ ਵਿੱਚ ਵਾਪਰੀ ਹੈ ਜੀ ਇਹ ਸਾਰੀ ਘਟਨਾ। ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਉਹ ਆ ਰਹੀ ਹੈ ਜੀ ਇਟਲੀ ਦੇ ਲਾਤੀਨਾ ਏਰੀਏ ਦੇ ਵਿੱਚ। ਦੱਸਿਆ ਜਾ ਰਿਹਾ ਹੈ ਕਿ ਇੱਕ 13 ਸਾਲ ਦੀ ਲੜਕੀ ਦੀ ਜਾਨ ਗਈ ਹੈ ਜੀ। ਵਜ੍ਹਾ ਦੱਸੀ ਜਾ ਰਹੀ ਹੈ ਕਿ ਇਸ ਲੜਕੀ ਦੇ ਵੱਲੋਂ ਘਰ ਦੇ ਵਿੱਚ ਹੀ ਕੋਈ ਪਾਣੀ, ਕੋਈ ਸੈਂਡਵਿਚ ਇਸ ਤਰ੍ਹਾਂ ਦਾ ਖਾਧਾ ਪੈ ਗਿਆ ਹੈ, ਜਿਸ ਤੋਂ ਬਾਅਦ ਜੋ ਫਿਲਹਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਬੱਚੇ ਨੂੰ ਐਨਾਫਾਈਲੈਕਟਿਕ ਸ਼ੌਕ, ਇੱਕ ਅਲਰਜੀ ਦੇ ਤੌਰ ਤੇ ਕੋਈ ਅਟੈਕ ਹੋ ਗਿਆ ਜੀ ਇੱਕਦਮ, ਜਿਸ ਦੇ ਕਰਕੇ ਇਸ ਬੱਚੀ ਦੀ ਘਰ ਦੇ ਵਿੱਚ ਹੀ ਮੌਤ ਹੋ ਗਈ ਹੈ ਜੀ ਕੋਈ ਵੀ ਹੈਲਪ ਪਹੁੰਚਣ ਤੋਂ ਪਹਿਲਾਂ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਰਿਲੇਟਡ ਇਨਵੈਸਟੀਗੇਸ਼ਨ ਚੱਲੇਗੀ ਕਿ ਕੀ ਪ੍ਰੋਬਲਮ ਵਗੈਰਾ ਆਈ ਹੈ ਜੀ। ਪਰ ਜੋ ਫਿਲਹਾਲ ਬਿਆਨ ਕੀਤਾ ਜਾ ਰਿਹਾ ਹੈ ਕਿ ਇੱਕ ਪਾਣੀ, ਇੱਕ ਸੈਂਡਵਿਚ ਟਾਈਪ ਖਾਣ ਤੋਂ ਬਾਅਦ ਇਸ ਬੱਚੀ ਨੂੰ ਕਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਜੀ ਇੱਕਦਮ, ਜਿਸ ਦੇ ਕਰਕੇ ਲਾਤੀਨਾ ਦੇ ਵਿੱਚ ਇੱਕ 13 ਸਾਲ ਦੀ ਲੜਕੀ ਦੀ ਜਾਨ ਗਈ ਹੈ ਜੀ। ਉਸ ਤੋਂ ਬਾਅਦ ਫਰਾਂਸ ਤੋਂ ਖਬਰ ਆ ਰਹੀ ਹੈ ਜੀ। ਫਰਾਂਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ 12 ਸਾਲ ਦੇ ਬੱਚੇ ਦੀ ਸਿਹਤ ਬਹੁਤ ਵਿਗੜੀ ਹੈ ਜੀ ਇੱਕ ਫਰੋਜ਼ਨ ਪੀਜ਼ਾ ਖਾਣ ਦੇ ਕਰਕੇ। ਜਿਹੜੀ ਕੰਪਨੀ ਹੈ ਜੀ ਦੱਸੀ ਜਾ ਰਹੀ ਹੈ ਜੀ ਫਰਾਂਸ ਸਪਲਾਈਨ ਆਫ ਬੁਤੋਨੀ ਕੰਪਨੀ ਦੀ, ਨੈਸਲੇ ਗਰੁੱਪ ਦੀ। ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਉੱਥੇ 75 ਲੋਕ ਬਿਮਾਰ ਹੋਏ ਸੀਗੇ ਜੀ ਇਸ ਕੰਪਨੀ ਦਾ ਫਰੋਜ਼ਨ ਪੀਜ਼ਾ ਖਾਣ ਤੋਂ ਬਾਅਦ। ਪਰ ਹੁਣ ਇੱਕ ਹੋਰ ਕੇਸ ਸਾਹਮਣੇ ਆਇਆ ਜਿਹਦੇ ਵਿੱਚ ਇੱਕ 12 ਸਾਲ ਦਾ ਬੱਚਾ ਜਿਹੜਾ ਕਾਫੀ ਬਿਮਾਰ ਹੋਇਆ ਹੈ ਜੀ ਇਸ ਕੰਪਨੀ ਦਾ ਪੀਜ਼ਾ ਖਾਣ ਤੋਂ ਬਾਅਦ ਫਰਾਂਸ ਦੇ ਵਿੱਚ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਨੰਬਰ ਆਫ ਕੇਸਿਸ ਮਹਾਮਾਰੀ ਦੇ ਕਰਕੇ ਕਿੰਨੇ ਐਡ ਹੋਏ ਨੇ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ। ਤਾਂ ਉਹਨਾਂ ਦੀ ਗਿਣਤੀ ਰਹੀ ਹੈ ਜੀ 61,555 ਦੇ ਕਰੀਬ ਨਵੇਂ ਕੇਸ ਐਡ ਹੋਏ ਨੇ। 133 ਲੋਕਾਂ ਦੀ ਜਾਨ ਗਈ ਹੈ ਜੀ ਤੇ ਜਿਹੜੇ ਨੰਬਰ ਆਫ ਟੈਸਟ ਕੀਤੇ ਗਏ ਸੀਗੇ ਉਹਨਾਂ ਦੀ ਗਿਣਤੀ ਸੀਗੀ ਲਗਭਗ 3,97,400 ਦੇ ਕਰੀਬ ਟੈਸਟ ਕੀਤੇ ਗਏ ਨੇ ਤੇ ਜਿਸ ਪਰਸੈਂਟੇਜ ਦੇ ਨਾਲ ਕੇਸ ਐਡ ਹੋਏ ਨੇ ਉਹ ਪਰਸੈਂਟੇਜ ਲਗਭਗ 15.4 ਦੇ ਨੀਅਰ ਅਬਾਊਟ ਰਹੀ ਹੈ। ਤੇ ਨਾਲ ਹੀ ਬਿਆਨ ਕੀਤਾ ਜਾ ਰਿਹਾ ਹੈ ਕਿ ਕੁਝ ਨੰਬਰ ਆਫ ਕੇਸਿਸ ਜਿਹੜੇ ਨੇ ਪਹਿਲਾਂ ਦੇ ਨਾਲੋਂ ਉਹਨਾਂ ਦੇ ਵਿੱਚ ਘਾਟ ਬਿਆਨ ਕੀਤੀ ਜਾ ਰਹੀ ਹੈ ਜੀ ਜਨਰਲ ਵਾਰਡਸ ਦੇ ਵਿੱਚ ਵੀ ਤੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਵੀ।
ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਹੈ ਜੀ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਮੁੜ 3 ਵਰਕਰਸ ਦੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆਪਣੇ ਕੰਮ ਦੇ ਉੱਤੇ ਕੰਮ ਕਰਦਿਆਂ ਹੀ ਜਾਨ ਗਈ ਹੈ ਜੀ। ਸਭ ਤੋਂ ਪਹਿਲਾਂ ਸਰਦੇਨੀਆ ਦੇ ਵਿੱਚ ਵਾਪਰਿਆ ਹੈ ਜੀ ਹਾਦਸਾ। ਉੱਥੇ ਇੱਕ ਨੌਜਵਾਨ ਜਿਹਦੀ ਉਮਰ ਸਿਰਫ 23 ਸਾਲ ਸੀਗੀ ਜੀ, ਇਹ ਕੰਸਟਰਕਸ਼ਨ ਦਾ ਕੰਮ ਕਰਦਾ ਸੀਗਾ, ਪਰ ਉਸ ਦੇ ਦੌਰਾਨ ਹੀ ਉੱਚੀ ਜਗ੍ਹਾ ਤੋਂ ਥੱਲੇ ਡਿੱਗਣ ਦੇ ਕਰਕੇ ਜ਼ਿਆਦਾ ਸੱਟ ਲੱਗਣ ਦੇ ਕਰਕੇ ਇਹਦੀ ਮੌਤ ਹੋਈ ਹੈ ਜੀ। ਉਸ ਤੋਂ ਬਾਅਦ ਟ੍ਰੈਂਟੀਨੋ ਦੇ ਵਿੱਚ ਵਾਪਰਿਆ ਹੈ ਹਾਦਸਾ, ਜਿੱਥੇ ਇੱਕ 39 ਸਾਲ ਦੇ ਵਿਅਕਤੀ ਦੀ ਜਾਨ ਗਈ ਹੈ ਜੀ। ਇਹ ਵੀ ਕੰਸਟਰਕਸ਼ਨ ਦਾ ਕੰਮ ਕਰਦਾ ਸੀਗਾ। ਉੱਥੇ ਕੰਮ ਦੇ ਦੌਰਾਨ ਹੀ ਉੱਚੀ ਜਗ੍ਹਾ ਤੋਂ ਥੱਲੇ ਡਿੱਗਣ ਦੇ ਕਰਕੇ ਹੀ ਇਸ ਵਿਅਕਤੀ ਦੀ ਵੀ ਜਾਨ ਗਈ ਹੈ ਜੀ। ਉਸ ਤੋਂ ਬਾਅਦ ਅਮੀਲੀਆ ਰੋਮਾਨੀਆ ਦੇ ਵਿੱਚ ਵਾਪਰਿਆ ਹੈ ਹਾਦਸਾ, ਜਿੱਥੇ ਇੱਕ ਵਰਕਰ ਜਿਹਦੀ ਉਮਰ ਲਗਭਗ 60 ਸਾਲ ਦੇ ਕਰੀਬ ਬਿਆਨ ਕੀਤੀ ਜਾ ਰਹੀ ਹੈ ਜੀ, ਇਹ ਟਰੱਕਿੰਗ ਦੇ ਵਿੱਚ ਅਨਲੋਡ ਕਰਦਾ ਪਿਆ ਸੀਗਾ ਜੀ ਸਮਾਨ, ਭਾਰੀ ਸਮਾਨ ਹੀ ਇਸ ਵਰਕਰ ਦੇ ਉੱਤੇ ਡਿੱਗਣ ਦੇ ਕਰਕੇ ਇਹਦੀ ਮੌਤ ਹੋ ਗਈ ਹੈ ਜੀ। ਇਸ ਤਰ੍ਹਾਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ 3 ਵਰਕਰਸ ਦੀ ਜਾਨ ਗਈ ਹੈ ਜੀ ਆਪਣੇ ਕੰਮ ਦੇ ਦੌਰਾਨ ਹੀ ਇਟਲੀ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਵਿੱਚ। ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਹੈ ਜੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਜੀ ਜਿਹੜੇ ਇੰਡੀਆ ਤੋਂ ਯੂਕੇ ਜਾਂਦੇ ਸੀਗੇ, ਪਰ ਜਿਹੜੇ ਕਨੈਕਟਿੰਗ ਫਲਾਈਟਸ ਲੈਂਦੇ ਸੀਗੇ ਜੀ ਯੂਰਪ ਦੇ ਥਰੂ, ਉਹਨਾਂ ਦੇ ਵਾਸਤੇ ਹੁਣ ਥੋੜੀ ਪਰੇਸ਼ਾਨੀ ਹੋਏਗੀ ਜੀ। ਉਹਨਾਂ ਲੋਕਾਂ ਨੂੰ ਜਿਹੜੇ ਲੋਕ ਜਿਨ੍ਹਾਂ ਦਾ ਸਟਾਪੇਜ ਫਲਾਈਟ ਦਾ ਬਣਦਾ ਸੀਗਾ ਜੀ ਯੂਰਪ ਦੀਆਂ ਕੰਟਰੀਜ਼ ਦੇ ਵਿੱਚ, ਜਿਸ ਤਰ੍ਹਾਂ ਕਿ ਹੁਣ ਯੂਕੇ ਹੋ ਚੁੱਕਾ ਹੈ ਜੀ ਯੂਰਪ ਤੋਂ ਬਾਹਰ, ਜਿਸ ਦੇ ਕਰਕੇ ਜਿਹੜੇ ਲੋਕ ਕਨੈਕਟਿੰਗ ਫਲਾਈਟਸ ਲੈਣਗੇ ਜਿਨ੍ਹਾਂ ਦਾ ਸਟਾਪੇਜ ਹੁੰਦਾ ਸੀਗਾ ਜੀ ਯੂਰਪ ਦੇ ਵਿੱਚ, ਉਹਨਾਂ ਦੇ ਕੋਲ ਜਾਂ ਤਾਂ ਸ਼ਾਨਗਨ ਵੀਜ਼ਾ ਹੋਣਾ ਜ਼ਰੂਰੀ ਹੈ ਜਾਂ ਟੂਰਿਸਟ ਵੀਜ਼ਾ ਹੋਣਾ ਜ਼ਰੂਰੀ ਹੈ ਜੀ ਇੱਧਰ ਯੂਰਪ ਦੀਆਂ ਕੰਟਰੀਜ਼ ਦੇ ਵਾਸਤੇ। ਅਦਰਵਾਈਜ਼ ਜਿਹੜੇ ਲੋਕ ਪਹਿਲਾਂ ਕਨੈਕਟਿੰਗ ਫਲਾਈਟਸ ਲੈਂਦੇ ਸੀਗੇ ਜੀ ਇੱਧਰੋਂ ਯੂਰਪ ਦੇ ਵਿੱਚੋਂ ਦੀ ਹੋ ਕੇ ਯੂਕੇ ਦੇ ਵਿੱਚ ਪਹੁੰਚਦੇ ਸੀਗੇ ਇੰਡੀਆ ਤੋਂ ਲੋਕ, ਉਹ ਵਾਲੀਆਂ ਫਲਾਈਟਸ ਦੇ ਵਿੱਚ ਲੋਕ ਹੁਣ ਸਫ਼ਰ ਨਹੀਂ ਕਰ ਸਕਣਗੇ, ਕਿਉਂਕਿ ਯੂਕੇ ਜਿਹੜਾ ਜੀ ਯੂਰਪ ਤੋਂ ਬਾਹਰ ਹੋਣ ਦੇ ਕਰਕੇ ਹੁਣ ਯੂਰਪ ਦੇ ਵਿੱਚ ਐਂਟਰੀ ਕਰਨ ਦੇ ਵਾਸਤੇ, ਟ੍ਰਾਂਜ਼ਿਟ ਕਰਨ ਦੇ ਵਾਸਤੇ ਵੀ ਜਿਹੜੀਆਂ ਕਨੈਕਟਿੰਗ ਫਲਾਈਟਸ ਆ ਜੀ ਉਹਨਾਂ ਦੇ ਵਾਸਤੇ ਵੀ ਸ਼ਾਨਗਨ ਵੀਜ਼ਾ ਜਾਂ ਟੂਰਿਸਟ ਵੀਜ਼ਾ ਜਿਹੜਾ ਹੈ ਜੀ ਲਾਜ਼ਮੀ ਹੋ ਚੁੱਕਾ ਹੈ, ਜਿਸ ਦੇ ਕਰਕੇ ਕੁਝ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ ਜੀ। ਡਾਇਰੈਕਟ ਜਿਹੜੀਆਂ ਫਲਾਈਟਸ ਆ ਜਾਂ ਹੋਰ ਜਿਹੜੀਆਂ ਕੰਟਰੀਜ਼ ਤੋਂ ਫਲਾਈਟਸ ਹੋ ਕੇ ਚੱਲਦੀਆਂ ਨੇ ਉਹ ਲੈਣੀਆਂ ਪੈਣਗੀਆਂ। ਜਿਹੜੀਆਂ ਕਨੈਕਟਿੰਗ ਫਲਾਈਟਸ ਇੱਧਰੋਂ ਯੂਰਪ ਦੇ ਵਿੱਚੋਂ ਹੋ ਕੇ ਜਾਂਦੀਆਂ ਸੀਗੀਆਂ ਇੰਡੀਆ ਤੋਂ ਯੂਕੇ ਦੇ ਵਾਸਤੇ, ਉਹ ਫਲਾਈਟਸ ਦੇ ਵਿੱਚ ਲੋਕ ਸਫ਼ਰ ਨਹੀਂ ਕਰ ਸਕਣਗੇ ਬਿਨਾਂ ਸ਼ਾਨਗਨ ਵੀਜ਼ੇ ਤੋਂ ਜਾਂ ਟੂਰਿਸਟ ਵੀਜ਼ੇ ਤੋਂ। ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਉਹ ਆ ਰਹੀ ਹੈ ਜੀ ਫਿਲੀਪੀਨਸ ਕੰਟਰੀ ਤੋਂ। ਫਿਲੀਪੀਨਸ ਕੰਟਰੀ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਹਾਲਾਤ ਖਰਾਬ ਚੱਲ ਰਹੇ ਨੇ ਜੀ, ਬਹੁਤ ਜ਼ਿਆਦਾ ਬਾਰਿਸ਼ ਦੇ ਕਰਕੇ, ਹੜ੍ਹਾਂ ਦੇ ਕਰਕੇ। ਈਵਨ ਉੱਥੇ 167 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜੀ। ਲੈਂਡਸਲਾਈਡਿੰਗ ਦੇ ਕਰਕੇ, ਜ਼ਮੀਨ ਧਸਣ ਦੇ ਕਰਕੇ ਕਾਫੀ ਨੁਕਸਾਨ ਹੋਇਆ ਹੈ ਜੀ ਲੋਕਾਂ ਦੇ ਘਰਾਂ ਦਾ, ਤੇ 167 ਲੋਕਾਂ ਦੀ ਜਾਨ ਵੀ ਗਈ ਹੈ ਜੀ। ਫਿਲੀਪੀਨ ਕੰਟਰੀ ਦੇ ਵਿੱਚ ਮੌਸਮ ਦੀ ਡਿਸਟਰਬੈਂਸ ਦੇ ਕਰਕੇ, ਮੌਸਮ ਦੀ ਖਰਾਬੀ ਦੇ ਕਰਕੇ ਕਾਫੀ ਜਿਹੜੀ ਸਿਚੁਏਸ਼ਨ ਹੈ ਜੀ ਖਰਾਬ ਚੱਲਦੀ ਪਈ ਹੈ ਫਿਲੀਪੀਨਸ ਦੇ ਵਿੱਚ। ਇਸ ਤੋਂ ਨੈਕਸਟ ਜਿਹੜੀ ਅਗਲੀ ਅਪਡੇਟ ਹੈ ਜੀ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਲੀ, ਪੁਰਤਗਾਲ ਤੇ ਸਪੇਨ ਦੇ ਵੱਲੋਂ ਜਿਹੜੀਆਂ ਕੰਡੀਸ਼ਨਸ ਚੱਲਦੀਆਂ ਪਈਆਂ ਨੇ ਜੀ ਇਹਨਾਂ ਕੰਟਰੀਜ਼ ਦੇ ਵਿੱਚ ਐਂਟਰੀ ਦੇ ਵਾਸਤੇ, ਆਊਟਸਾਈਡਰ ਜਿਹੜੇ ਹੋਣਗੇ ਜੀ ਇਹਨਾਂ ਕੰਟਰੀਜ਼ ਦੇ, ਉਹਨਾਂ ਦੇ ਵਾਸਤੇ ਕੰਡੀਸ਼ਨਸ ਜਿਹੜੀਆਂ ਨੇ ਐਂਟਰੀ ਦੇ ਵਾਸਤੇ ਉਸੇ ਤਰ੍ਹਾਂ ਹੀ ਚੱਲਦੀਆਂ ਪਈਆਂ ਨੇ ਇਹਨਾਂ ਪਾਸਕੂਏ ਦੀ, ਇਹਨਾਂ ਈਸਟਰ ਦੀਆਂ ਛੁੱਟੀਆਂ ਦੇ ਵਿੱਚ ਵੀ, ਕਿ ਜਿਨ੍ਹਾਂ ਨੇ ਆਉਣਾ ਹੈ ਜੀ ਇਹਨਾਂ ਤਿੰਨਾਂ ਕੰਟਰੀਜ਼ ਦੇ ਵਿੱਚ ਉਹਨਾਂ ਦੇ ਜਾਂ ਤਾਂ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਜੀ ਜਿਹਨਾਂ ਨੂੰ ਅਪਰੂਵਲ ਦਿੱਤੀ ਗਈ ਹੈ ਇਹਨਾਂ ਕੰਟਰੀਜ਼ ਦੇ ਵਿੱਚ, ਜਾਂ ਫਿਰ ਜਿਹੜੇ ਉਹ ਲੋਕ ਜਿਹੜੇ ਪਿਛਲੇ 6 ਮਹੀਨਿਆਂ ਦੇ ਵਿੱਚ ਇਸ ਮਹਾਮਾਰੀ ਤੋਂ ਪੀੜਿਤ ਰਹਿ ਚੁੱਕੇ ਨੇ, ਠੀਕ ਹੋ ਚੁੱਕੇ ਨੇ, ਉਹ ਸਰਟੀਫਿਕੇਟ ਹੋਵੇ। ਨਹੀਂ ਤਾਂ ਲੋਕਾਂ ਨੂੰ ਫਿਰ ਆਪਣਾ ਕਰੋਨਾ ਵਾਇਰਸ ਦਾ ਟੈਸਟ ਜਿਹੜਾ ਕਰਵਾਉਣਾ ਪਏਗਾ, ਨੈਗੇਟਿਵ ਹੋਏਗਾ ਤੇ ਫਿਰ ਐਂਟਰੀ ਹੋ ਸਕੇਗੀ ਜੀ। ਇਹਨਾਂ ਤਿੰਨਾਂ ਕੰਟਰੀਜ਼ ਦੇ ਵੱਲੋਂ ਇਟਲੀ, ਪੁਰਤਗਾਲ ਤੇ ਸਪੇਨ ਦੇ ਵੱਲੋਂ ਜਿਹੜੀਆਂ ਕੰਡੀਸ਼ਨਸ ਨੇ ਜੀ ਉਹਨਾਂ ਨੂੰ 30 ਅਪ੍ਰੈਲ ਤੱਕ ਉਸੇ ਤਰ੍ਹਾਂ ਹੀ ਵਧਾਇਆ ਗਿਆ ਹੈ। ਜਿੰਨੇ ਵੀ ਆਊਟਸਾਈਡਰ ਹੈਗੇ ਆ ਜੀ ਕੰਟਰੀ ਤੋਂ ਉਹਨਾਂ ਨੂੰ ਐਂਟਰੀ ਦੇ ਵਾਸਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕੰਡੀਸ਼ਨ ਨੂੰ ਸੈਟੀਸਫਾਈ ਕਰਨਾ ਪਏਗਾ। ਈਸਟਰ ਦੀਆਂ ਹੌਲੀਡੇਜ਼ ਤੇ ਪਾਸਕੂਏ ਦੀਆਂ ਹੌਲੀਡੇਜ਼ ਦੇ ਵਿੱਚ ਵੀ ਇਹਨਾਂ ਕੰਟਰੀਜ਼ ਦੇ ਵੱਲੋਂ ਕੋਈ ਜਿਹੜੀ ਰਿਲੈਕਸੇਸ਼ਨ ਹੈ ਜੀ ਟੂਰਿਸਟ ਨੂੰ ਜਾਂ ਆਮ ਲੋਕਾਂ ਨੂੰ, ਕੰਟਰੀਜ਼ ਦੇ ਹੋਰ ਲੋਕਾਂ ਨੂੰ ਐਂਟਰੀ ਕਰਨ ਦੇ ਪ੍ਰਤੀ ਜਿਹੜੀ ਰਿਲੈਕਸੇਸ਼ਨ ਹੈ ਉਹ ਨਹੀਂ ਦਿੱਤੀ ਗਈ। 30 ਅਪ੍ਰੈਲ ਤੱਕ ਸਾਰੇ ਰੂਲ ਰੈਗੂਲੇਸ਼ਨਸ ਉਸੇ ਤਰ੍ਹਾਂ ਹੀ ਫੋਲੋ ਕਰਨੇ ਪੈਣਗੇ ਜਿਹੜੇ ਪਹਿਲਾਂ ਚੱਲਦੇ ਪਏ ਨੇ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਕਰੰਸੀ ਦੀ ਵੈਲਿਊ। ਤਾਂ ਯੂਰੋ ਦੀ ਵੈਲਿਊ ਇੰਡੀਅਨ ਰੁਪਈਏ ਦੇ ਮੁਕਾਬਲੇ ਚੱਲਦੀ ਪਈ ਹੈ ਜੀ 82 ਰੁਪਈਏ 76 ਪੈਸੇ ਇੰਡੀਆ ਦੇ। ਪਾਕਿਸਤਾਨੀ ਰੁਪਈਏ ਦੇ ਮੁਕਾਬਲੇ 1 ਯੂਰੋ ਬਰਾਬਰ ਹੈ ਜੀ 197 ਰੁਪਈਏ 60 ਪੈਸੇ ਪਾਕਿਸਤਾਨ ਦੇ। 1 ਬ੍ਰਿਟਿਸ਼ ਪਾਊਂਡ ਬਰਾਬਰ ਹੈ ਜੀ 100 ਰੁਪਈਏ 4 ਪੈਸੇ ਇੰਡੀਆ ਦੇ। 1 ਆਸਟ੍ਰੇਲੀਅਨ ਡਾਲਰ ਬਰਾਬਰ ਹੈ ਜੀ 56 ਰੁਪਈਏ 70 ਪੈਸੇ ਇੰਡੀਆ ਦੇ।
ਇੱਕ ਕੈਨੇਡੀਅਨ ਡਾਲਰ ਬਰਾਬਰ ਹੈ ਜੀ 60 ਰੁਪਏ 29 ਪੈਸੇ ਇੰਡੀਆ ਦੇ, ਤੇ ਇੱਕ ਨਿਊਜ਼ੀਲੈਂਡ ਡਾਲਰ ਬਰਾਬਰ ਹੈ ਜੀ 52 ਰੁਪਏ 10 ਪੈਸੇ ਇੰਡੀਆ ਦੇ। ਠੀਕ ਹੈ ਜੀ, ਇਹ ਸੀ ਜੀ ਫਿਰ ਕੁਝ ਖਾਸ ਖਬਰਾਂ। ਨਿਊਜ਼ ਕੰਟੈਂਟ ਨੂੰ ਜ਼ਰੂਰ ਲਾਈਕ ਕਰੋ ਜੇ ਤੁਹਾਨੂੰ ਠੀਕ ਲੱਗਾ, ਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰੋਜ਼ ਖਬਰਾਂ ਸੁਣਨ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਠੀਕ ਹੈ ਜੀ, ਆਪਣਾ ਤੇ ਆਪਣੇ ਫੈਮਿਲੀ ਮੈਂਬਰਸ ਦਾ ਰੱਖੋ ਜੀ ਧਿਆਨ। ਧੰਨਵਾਦ, ਸਤਿ ਸ਼੍ਰੀ ਅਕਾਲ।